ਪਿਆਰੇ ਬੱਚਿਓ, ਹੁਣ ਤੱਕ ਅਸੀਂ ਅਪਵਰਤਨ ਦੇ ਕਾਫੀ ਕੁਝ ਬਾਰੇ ਜਾਣਕਾਰੀ ਹਾਸਿਲ ਕਰ ਚੁੱਕੇ ਹਾਂ। ਸਾਨੂੰ ਅਪਵਰਤਨ ਦੀ ਪਰਿਭਾਸ਼ਾ ਦਾ ਪਤਾ ਲੱਗਿਆ ਹੈ, ਅਪਵਰਤਨ ਦੇ ਨਿਯਮ, ਜਿਨ੍ਹਾਂ ਵਿੱਚੋਂ ਇੱਕ ਸਨੈਲ ਦਾ ਨਿਯਮ ਹੈ, ਬਹੁਤ ਧਿਆਨ ਦੇਣ ਯੋਗ ਹੈ। ਉਸ ਤੋਂ ਬਾਅਦ ਅਪਵਰਤਨ ਅੰਕ, ਫਿਰ ਅਪਵਰਤਨ ਲੈਂਸਾਂ ਦੁਆਰਾ ਕਿਵੇਂ ਕੀਤਾ ਜਾਂਦਾ ਹੈ, ਅਤੇ ਜੇ ਲੈਂਸਾਂ ਨੇ ਪ੍ਰਤੀਬਿੰਬ ਕਿਸੇ ਵਸਤੂ ਦਾ ਬਣਾਇਆ ਤਾਂ ਉਹਦੇ ਲਈ ਰੇਖਾ ਚਿੱਤਰ ਕਿਸ ਤਰ੍ਹਾਂ ਬਣਾਉਣੇ ਹਨ, ਅਸੀਂ ਇਸ ਦੇ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਹੈ। ਹੁਣ ਅਪਵਰਤਨ ਦੇ ਨਾਲ ਸੰਬੰਧਿਤ ਬਹੁਤ ਥੋੜ੍ਹੀ ਜਿਹੀ ਜਾਣਕਾਰੀ ਬਚੀ ਹੈ ਅਤੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਪਹਿਲਾ ਟੌਪਿਕ ਜਿਹੜਾ ਹੁਣ ਬਚੇ ਹੋਏ ਟੌਪਿਕਾਂ ਵਿੱਚੋਂ ਰਹਿੰਦਾ ਹੈ ਉਹ ਹੈ ਗੋਲਾਕਾਰ ਲੈਂਸਾਂ ਦੇ ਲਈ ਚਿੰਨ੍ਹ ਪਰੰਪਰਾ। ਇਹ ਅਸੀਂ ਦਰਪਣ ਲਈ ਵੀ ਕੀਤੀ ਸੀ ਕਿ ਜਦੋਂ ਰੇਖਾ ਚਿੱਤਰ ਬਣਾਉਣਾ ਹੈ ਤਾਂ ਅਸੀਂ ਖੱਬੇ ਪਾਸੇ ਹੀ ਵਸਤੂ ਦਿਖਾਣੀ ਹੈ ਲੈਂਸ ਦੇ, ਜਿਵੇਂ ਦਰਪਣ 'ਚ ਸੀਗਾ। ਇਹ ਵਸਤੂ ਆਪਣਾ ਪ੍ਰਤੀਬਿੰਬ ਲੈਂਸ ਦੇ ਦੂਜੇ ਪਾਸੇ ਵੀ ਬਣਾ ਸਕਦੀ ਹੈ, ਲੈਂਸ ਦੇ ਉਸੇ ਪਾਸੇ ਵੀ ਬਣਾ ਸਕਦੀ ਹੈ। ਇਹ ਨਿਰਭਰ ਕਰਦਾ ਹੈ ਕਿ ਕਿਹੋ ਜਿਹਾ ਲੈਂਸ ਇਸਤੇਮਾਲ ਕੀਤਾ ਜਾ ਰਿਹਾ ਹੈ। ਦੋ ਚਿੱਤਰ ਬਣਾਏ ਗਏ ਹਨ। ਉੱਪਰ ਉੱਤਲ ਲੈਂਸ ਬਣਾਇਆ ਗਿਆ ਹੈ ਅਤੇ ਜਦੋਂ ਵੀ ਅਸੀਂ ਦੂਰੀ ਮਾਪਣੀ ਹੈ, ਅਸੀਂ ਲੈਂਸ ਤੋਂ ਵਸਤੂ ਤੱਕ ਦੀ ਦੂਰੀ ਮਾਪਣੀ। ਸ਼ੁਰੂਆਤ ਲੈਂਸ ਤੋਂ ਕੀਤੀ ਜਾਏਗੀ। ਤਾਂ ਹੁਣ ਜੇ ਪ੍ਰਕਾਸ਼ ਦੀ ਕਿਰਨ ਖੱਬੇ ਤੋਂ ਸੱਜੇ ਵੱਲ ਆ ਰਹੀ ਹੈ, ਉਹ ਤੀਰ ਦੇ ਨਿਸ਼ਾਨ ਨਾਲ ਦਿਖਾਇਆ ਗਿਆ ਹੈ, ਡਾਇਰੈਕਸ਼ਨ ਆਫ ਇਨਸੀਡੈਂਟ ਲਾਈਟ, ਮਤਲਬ ਆਪਾਤੀ ਕਿਰਨ ਦੀ ਦਿਸ਼ਾ ਕਿਸ ਵੱਲ ਦਿਖਾਈ ਹੈ, ਵਸਤੂ ਤੋਂ ਚੱਲ ਕੇ ਲੈਂਸ ਵੱਲ ਨੂੰ। ਏ ਬੀ ਜਿਹੜੀ ਉਹ ਵਸਤੂ, ਤੀਰ ਬਣਾਇਆ ਗਿਆ ਏ ਬੀ ਉਹ ਵਸਤੂ ਹੈ ਅਤੇ ਵਸਤੂ ਤੋਂ ਟਕਰਾ ਕੇ ਪ੍ਰਕਾਸ਼ ਦੀ ਕਿਰਨ ਲੈਂਸ ਵੱਲ ਨੂੰ ਜਾ ਰਹੀ ਹੈ, ਖੱਬੇ ਤੋਂ ਸੱਜੇ ਵੱਲ। ਦੂਰੀ ਅਸੀਂ ਹਮੇਸ਼ਾ ਪ੍ਰਕਾਸ਼ ਕੇਂਦਰ ਤੋਂ ਸ਼ੁਰੂ ਕਰਨੀ, ਉਹ ਬਿੰਦੂ ਤੋਂ ਅਸੀਂ ਸ਼ੁਰੂ ਕਰਨੀ ਮਾਪਣੀ। ਤਾਂ ਜਦੋਂ ਅਸੀਂ ਵਸਤੂ ਦੀ ਦੂਰੀ ਮਾਪਾਂਗੇ ਤਾਂ ਉਹ ਦੂਰੀ ਉਲਟ ਦਿਸ਼ਾ ਵਿੱਚ ਜਾਏਗੀ ਪ੍ਰਕਾਸ਼ ਦੇ। ਤਾਂ ਵਸਤੂ ਦੀ ਲੈਂਸ ਤੋਂ ਦੂਰੀ ਮਾਈਨਸ ਵਿੱਚ ਲਈ ਜਾਏਗੀ, ਰਿਣਾਤਮਕ ਹੋਏਗੀ, ਕਿਉਂਕਿ ਉਹ ਪ੍ਰਕਾਸ਼ ਦੀ ਦਿਸ਼ਾ ਤੋਂ ਉਲਟ ਹੈ। ਹੁਣ ਵਸਤੂ ਦੀ ਉਚਾਈ ਜੇ ਮਾਪਣੀ ਹੋਵੇ ਤਾਂ ਵਸਤੂ ਮੁੱਖ ਧੁਰੇ ਦੇ ਉੱਪਰ ਸਿੱਧੀ ਖੜੀ ਹੈ, ਏ ਬੀ ਜਿਹੜਾ ਤੀਰ ਬਣਿਆ ਹੈ ਉਹ, ਕਿਉਂਕਿ ਉਹ ਮੁੱਖ ਧੁਰੇ ਦੇ ਉੱਪਰ ਵੱਲ ਹੈ, ਇਸ ਕਰਕੇ ਵਸਤੂ ਦੀ ਉਚਾਈ ਧਨਾਤਮਕ ਹੋਵੇਗੀ। ਪਰ ਜੇਕਰ ਇਸ ਵਸਤੂ ਦਾ ਪ੍ਰਤੀਬਿੰਬ ਲੈਂਸ ਦੇ ਦੂਜੇ ਪਾਸੇ ਮੁੱਖ ਧੁਰੇ ਦੇ ਹੇਠਾਂ ਬਣਦਾ ਹੈ, ਉਲਟੇ ਪਾਸੇ ਬਣਦਾ ਹੈ, ਤਾਂ ਪ੍ਰਤੀਬਿੰਬ ਦੀ ਉਚਾਈ ਰਿਣਾਤਮਕ ਲਈ ਜਾਵੇਗੀ, ਜਿਵੇਂ ਕਿ ਉਲਟਾ ਤੀਰ ਮੁੱਖ ਧੁਰੇ ਦੇ ਉੱਪਰ ਬਣਿਆ ਹੈ ਲੈਂਸ ਦੇ ਦੂਜੇ ਪਾਸੇ। ਇਸ ਪ੍ਰਤੀਬਿੰਬ ਦੀ ਦੂਰੀ ਲੈਂਸ ਤੋਂ ਜਦੋਂ ਮਾਪੀ ਜਾਏਗੀ ਤਾਂ ਉਹ ਧਨਾਤਮਕ ਲਈ ਜਾਵੇਗੀ, ਕਿਉਂਕਿ ਪ੍ਰਕਾਸ਼ ਦੀ ਦਿਸ਼ਾ ਵੀ ਖੱਬੇ ਤੋਂ ਸੱਜੇ ਵੱਲ ਸੀਗੀ ਅਤੇ ਪ੍ਰਤੀਬਿੰਬ ਦੀ ਦੂਰੀ ਅਸੀਂ ਜਦ ਮਾਪੀ ਹੈ ਤਾਂ ਉਹ ਪ੍ਰਕਾਸ਼ ਕੇਂਦਰ ਤੋਂ ਚੱਲ ਕੇ ਪ੍ਰਤੀਬਿੰਬ ਤੱਕ ਅਸੀਂ ਉਸੇ ਦਿਸ਼ਾ ਵਿੱਚ ਮਾਪੀ ਹੈ ਜਿਸ ਦਿਸ਼ਾ ਵਿੱਚ ਪ੍ਰਕਾਸ਼ ਆਇਆ ਸੀਗਾ। ਤਾਂ ਬੱਚੋ ਇਹ ਗੱਲ ਕਲੀਅਰ ਹੋ ਗਈ ਕਿ ਵਸਤੂ ਦੀ ਦੂਰੀ ਰਿਣਾਤਮਕ ਹੋਵੇਗੀ ਕਿਉਂਕਿ ਉਲਟ ਦਿਸ਼ਾ ਵਿੱਚ ਮਾਪੀ ਗਈ ਹੈ, ਪ੍ਰਤੀਬਿੰਬ ਦੀ ਦੂਰੀ ਧਨਾਤਮਕ ਹੋਵੇਗੀ ਕਿਉਂਕਿ ਉਸੇ ਦਿਸ਼ਾ ਵਿੱਚ ਮਾਪੀ ਗਈ ਹੈ ਪ੍ਰਕਾਸ਼ ਦੀ ਦਿਸ਼ਾ ਵਿੱਚ, ਅਤੇ ਵਸਤੂ ਦੀ ਉਚਾਈ ਧਨਾਤਮਕ ਹੈ ਕਿਉਂਕਿ ਮੁੱਖ ਧੁਰੇ ਦੇ ਉੱਪਰ ਵੱਲ ਹੈ, ਪਰ ਪ੍ਰਤੀਬਿੰਬ ਦੀ ਉਚਾਈ ਰਿਣਾਤਮਕ ਹੋਵੇਗੀ ਕਿਉਂਕਿ ਮੁੱਖ ਧੁਰੇ ਦੇ ਹੇਠਾਂ ਵੱਲ ਹੈ। ਅਵਤਲ ਲੈਂਸ ਲਈ ਵੀ ਅਗਲਾ ਚਿੱਤਰ ਦਿਖਾਇਆ ਗਿਆ, ਉਹਦੇ 'ਚ ਵੀ ਇਹੀ ਦਿਖਾਇਆ ਹੈ ਕਿ ਵਸਤੂ ਦੀ ਉਚਾਈ ਪੋਜ਼ੀਟਿਵ ਲਿਖਿਆ ਪਲੱਸ, ਕਿਉਂਕਿ ਉਹ ਮੁੱਖ ਧੁਰੇ ਦੇ ਉੱਪਰ ਵੱਲ ਹੈ, ਪਰ ਪ੍ਰਤੀਬਿੰਬ ਹੇਠਾਂ ਵੱਲ ਬਣ ਰਿਹਾ, ਇਸ ਕਰਕੇ ਪ੍ਰਤੀਬਿੰਬ ਦੀ ਉਚਾਈ ਰਿਣਾਤਮਕ। ਠੀਕ ਹੈ। ਦੂਰੀ ਜਦ ਅਸੀਂ ਮਾਪਣੀ ਹੈ ਤਾਂ ਉਹੀ ਤਰੀਕਾ ਹੈ, ਜੇ ਅਸੀਂ ਪ੍ਰਕਾਸ਼ ਦੀ ਦਿਸ਼ਾ ਦੇ ਉਲਟ ਜਾਵਾਂਗੇ ਤਾਂ ਰਿਣਾਤਮਕ ਹੋਵੇਗੀ, ਪ੍ਰਕਾਸ਼ ਦੀ ਦਿਸ਼ਾ ਦੇ ਅਸੀਂ ਉਸੇ ਦਿਸ਼ਾ ਵਿੱਚ ਮਾਪਾਂਗੇ ਤਾਂ ਧਨਾਤਮਕ ਹੋਵੇਗੀ। ਤਾਂ ਗੋਲਾਕਾਰ ਲੈਂਸਾਂ ਦੇ ਲਈ ਚਿੰਨ੍ਹ ਪਰੰਪਰਾ ਦੇ ਬਾਰੇ ਗੱਲ ਕਲੀਅਰ ਹੋ ਗਈ। ਅੱਗੇ ਲਿਖਿਆ ਹੈ ਲੈਂਸ ਸੂਤਰ। ਅਸੀਂ ਦਰਪਣ ਸੂਤਰ ਪੜ੍ਹਿਆ ਸੀਗਾ, ਹੁਣ ਲੈਂਸ ਸੂਤਰ। ਦਰਪਣ ਸੂਤਰ 'ਚ ਸੀਗਾ 1/v ਜਮ੍ਹਾਂ 1/u ਬਰਾਬਰ ਹੈ 1/f। ਲੈਂਸ ਸੂਤਰ ਹੈ 1/v ਮਾਈਨਸ 1/u ਬਰਾਬਰ ਹੈ 1/f। ਜਿਹੜੇ ਇਹ ਲੈਂਸ ਸੂਤਰ ਅਤੇ ਦਰਪਣ ਸੂਤਰ ਨੇ, ਇਹ ਵਸਤੂ ਦੀ ਦੂਰੀ, ਪ੍ਰਤੀਬਿੰਬ ਦੀ ਦੂਰੀ ਅਤੇ ਫੋਕਸ ਦੂਰੀ, ਇਹਨਾਂ ਦਾ ਆਪਸ ਵਿੱਚ ਸੰਬੰਧ ਦਰਸਾਉਂਦੇ ਆ। ਹੁਣ ਜੇ ਅਸੀਂ ਵਸਤੂ ਦੀ ਦੂਰੀ ਮਾਪਣੀ ਹੋਵੇ, ਸਾਨੂੰ ਪ੍ਰਤੀਬਿੰਬ ਦੀ ਦੂਰੀ ਦਿੱਤੀ, ਫੋਕਸ ਦੂਰੀ, ਤਾਂ ਅਸੀਂ ਇਸ ਫਾਰਮੂਲੇ ਦਾ ਇਸਤੇਮਾਲ ਕਰਾਂਗੇ। ਤੁਸੀਂ ਇਹ ਧਿਆਨ ਰੱਖਣਾ ਬੱਚਿਓ ਕਿ ਜਦੋਂ ਅਸੀਂ ਲੈਂਸ ਸੂਤਰ ਦਾ ਇਸਤੇਮਾਲ ਕਰਾਂਗੇ ਤਾਂ ਕਦੋਂ ਅਸੀਂ u ਨੂੰ ਪਲੱਸ ਲੈਣਾ ਮਾਈਨਸ ਲੈਣਾ, ਕਦੋਂ v ਨੂੰ ਪਲੱਸ ਜਾਂ ਮਾਈਨਸ ਲੈਣਾ, ਕਦੋਂ f ਨੂੰ ਪਲੱਸ ਜਾਂ ਮਾਈਨਸ ਲੈਣਾ। ਇਹ ਚੀਜ਼ ਬਿਲਕੁਲ ਉਹੀ ਲਾਗੂ ਹੋਵੇਗੀ ਜਿਵੇਂ ਅਸੀਂ ਦਰਪਣ ਸੂਤਰ ਵਿੱਚ ਦੇਖਿਆ ਸੀਗਾ ਕਿ ਜੇਕਰ
ਵਸਤੂ ਜਿਹੜੀ ਹੈ ਉਹ ਪ੍ਰਕਾਸ਼ ਦੀ ਦਿਸ਼ਾ ਦੇ ਉਲਟ ਵੱਲ ਹੈ ਤਾਂ ਯੂ ਜਿਹੜਾ ਉਹ ਮਾਈਨਸ ਹੋ ਜਾਏਗਾ। ਜੇ ਪ੍ਰਤੀਬਿੰਬ ਉਸੇ ਦਿਸ਼ਾ ਵਿੱਚ ਹੈ ਜਿਸ ਦਿਸ਼ਾ ਵਿੱਚ ਪ੍ਰਕਾਸ਼ ਹੈ ਤਾਂ ਵੀ ਪਲੱਸ ਲਿਆ ਜਾਵੇਗਾ ਅਤੇ ਜਿਸ ਤਰਫ ਪ੍ਰਤੀਬਿੰਬ ਬਣੇਗਾ ਉਸ ਤਰਫ ਅਸੀਂ ਫੋਕਸ ਦੂਰੀ ਮਾਪਾਂਗੇ। ਤਾਂ ਉਸ ਹਿਸਾਬ ਨਾਲ ਦਿਸ਼ਾ ਜਿਹੜੀ ਹੈ ਉਹ ਡਿਸਾਈਡ ਹੋਵੇਗੀ, ਪਲੱਸ ਹੋਏਗੀ ਮਾਈਨਸ। ਠੀਕ ਹੈ। ਅਗਲੀ ਗੱਲ ਆ ਗਈ ਜੀ ਵੱਡਦਰਸ਼ਨ। ਵੱਡਦਰਸ਼ਨ ਕੀ ਹੈ? ਵੱਡਦਰਸ਼ਨ ਲੈਂਸ ਦੁਆਰਾ ਕਿਸੇ ਵੀ ਵਸਤੂ ਨੂੰ ਕਿੰਨਾ ਵੱਡਾ ਕਰਕੇ ਉਹ ਦਿਖਾ ਸਕਦਾ, ਉਹਦੀ ਸਮਰੱਥਾ ਕਿੰਨੀ ਹੈ, ਉਹਨੂੰ ਕਹਿੰਦੇ ਵੱਡਦਰਸ਼ਨ। ਫਾਰਮੂਲਾ ਲਿਖਿਆ ਨੀਚੇ, ਜੇ ਕੱਢਣਾ ਹੋਵੇ m ਬਰਾਬਰ ਹੈ ਪ੍ਰਤੀਬਿੰਬ ਦੀ ਉਚਾਈ ਬਟੇ ਵਸਤੂ ਦੀ ਉਚਾਈ। ਮਤਲਬ ਅਸੀਂ ਜਦ ਉਚਾਈ ਮਾਪਾਂਗੇ, ਜੇ ਵਸਤੂ ਮੁੱਖ ਧੁਰੇ ਦੇ ਉੱਪਰ ਵੱਲ ਹੈ ਤਾਂ ਉਹ ਧਨਾਤਮਕ ਲਈ ਜਾਵੇਗੀ, ਜੇ ਪ੍ਰਤੀਬਿੰਬ ਵੀ ਮੁੱਖ ਧੁਰੇ ਦੇ ਉੱਪਰ ਹੈ ਤਾਂ ਉਹ ਵੀ ਧਨਾਤਮਕ ਲਿਆ ਜਾਵੇਗਾ, ਪਰ ਜੇਕਰ ਉਹ ਪ੍ਰਤੀਬਿੰਬ ਮੁੱਖ ਧੁਰੇ ਦੇ ਹੇਠਾਂ ਬਣਿਆ ਤਾਂ ਉਹ ਉਚਾਈ ਰਿਣਾਤਮਕ ਲਈ ਜਾਵੇਗੀ। ਵੱਡਦਰਸ਼ਨ ਕੱਢਣ ਦਾ ਫਾਰਮੂਲਾ ਨਾਲ ਦੋ ਫਾਰਮੂਲੇ ਦਿੱਤੇ ਹੈ। m ਬਰਾਬਰ ਹੈ h ਡੈਸ਼ ਬਟੇ h, h ਡੈਸ਼ ਮਤਲਬ ਪ੍ਰਤੀਬਿੰਬ ਦੀ ਉਚਾਈ, h ਮਨੇ ਵਸਤੂ ਦੀ ਉਚਾਈ, ਬਰਾਬਰ ਹੈ v ਬਟੇ u। ਇਹੀ ਵੱਡਦਰਸ਼ਨ ਦਰਪਣ ਲਈ ਵੀ ਸੀਗਾ, ਉੱਧਰ ਮਾਈਨਸ ਲੱਗਿਆ ਸੀ, ਮਾਈਨਸ v ਬਟੇ u ਸੀ, ਇੱਧਰ v ਬਟੇ u ਹੈ। ਇਹ ਆਪਸ ਵਿੱਚ ਫ਼ਰਕ ਪਤਾ ਹੋਣੇ ਚਾਹੀਦੇ ਹਨ। ਲਾਸਟ ਰਹਿ ਗਿਆ ਬੇਟਾ ਟੌਪਿਕ ਇਸ ਪਾਠ ਦਾ, ਉਹ ਹੈ ਲੈਂਸ ਦੀ ਸ਼ਕਤੀ। ਲੈਂਸ ਦੀ ਸ਼ਕਤੀ ਕੀ ਹੈ? ਇਹ ਮੈਂ ਜ਼ਿਆਦਾਤਰ ਹਿੱਸੇ ਜਿਹੜੇ ਕਿਤਾਬ ਵੱਲੇ ਹੀ ਚੱਕੇ ਆ ਤਾਂ ਕਿ ਤੁਹਾਨੂੰ ਸਮਝ ਆ ਜਾਣ ਆਰਾਮ ਨਾਲ ਅਤੇ ਤੁਸੀਂ ਆਪਣੀ ਕਿਤਾਬ ਨਾਲ ਇਹਨੂੰ ਕੋਰਿਲੇਟ ਕਰ ਸਕੋ। ਲਿਖਿਆ ਹੈ ਬਕਾਇਦਾ ਕਿ P ਬਰਾਬਰ ਹੈ 1/f। ਫਾਰਮੂਲਾ ਦਿੱਤਾ ਲੈਂਸ ਦੀ ਸ਼ਕਤੀ ਪਤਾ ਕਰਨ ਦਾ ਕਿ ਲੈਂਸ ਦੀ ਕਿੰਨੀ ਤਾਕਤ ਹੈ, ਸ਼ਕਤੀ ਹੈ, ਅੰਗਰੇਜ਼ੀ 'ਚ ਇਹਨੂੰ ਕਹਿੰਦੇ ਪਾਵਰ ਆਫ ਅ ਲੈਂਸ। ਕਿਸੇ ਲੈਂਸ ਦੁਆਰਾ ਪ੍ਰਕਾਸ਼ ਕਿਰਨਾਂ ਨੂੰ ਅਭਿਸਰਿਤ ਜਾਂ ਅਪਸਰਿਤ ਕਰਨ ਦੀ ਮਾਤਰਾ ਨੂੰ ਉਸ ਦੀ ਸ਼ਕਤੀ ਦੇ ਰੂਪ ਵਿੱਚ ਪ੍ਰਗਟਾਇਆ ਜਾਂਦਾ ਹੈ। ਲੈਂਸ ਕਿੰਨਾ ਜ਼ਿਆਦਾ ਕਿਰਨਾਂ ਨੂੰ ਅੰਦਰ ਨੂੰ ਮੋੜ ਪਾਇਆ ਤਾਂ ਉੱਤਲ ਲੈਂਸ ਦੀ ਸ਼ਕਤੀ ਪਤਾ ਲੱਗੇਗੀ। ਲੈਂਸ ਕਿੰਨਾ ਜ਼ਿਆਦਾ ਕਿਰਨਾਂ ਨੂੰ ਬਾਹਰ ਨੂੰ ਮੋੜ ਪਾਇਆ ਤਾਂ ਉਹ ਅਵਤਲ ਲੈਂਸ ਦੀ ਸ਼ਕਤੀ ਪਤਾ ਲੱਗੇਗੀ। ਉਹਨੂੰ ਕਹਾਂਗੇ ਅਸੀਂ P ਬਰਾਬਰ ਹੈ 1/f। f ਮਨੇ ਫੋਕਸ ਦੂਰੀ, P ਹੋ ਗਿਆ ਪਾਵਰ ਸ਼ਕਤੀ, ਅਤੇ ਜੇ ਪਾਵਰ ਕੱਢਣੀ ਲੈਂਸ ਦੀ ਤਾਂ ਕਿਵੇਂ ਪਤਾ ਲੱਗੇਗਾ? 1/ ਉਸ ਲੈਂਸ ਦੀ ਫੋਕਸ ਦੂਰੀ। ਫੋਕਸ ਦੂਰੀ ਪਲੱਸ ਜਾਂ ਮਾਈਨਸ ਕਿਵੇਂ ਲੈਣੀ ਤੁਹਾਨੂੰ ਪਤਾ ਹੈ। ਇਸ ਦੀ SI ਇਕਾਈ ਹੈ ਡਾਇਪਟਰ। ਡਾਇਪਟਰ ਵਿੱਚ ਇਹਨੂੰ ਪ੍ਰਗਟਾਇਆ ਜਾਂਦਾ, ਦਰਸਾਇਆ ਜਾਂਦਾ ਹੈ। ਉਮੀਦ ਹੈ ਬੇਟਾ ਤੁਹਾਨੂੰ ਲੈਂਸ ਦੀ ਸ਼ਕਤੀ ਦੇ ਬਾਰੇ ਪਤਾ ਲੱਗ ਗਿਆ ਹੋਵੇਗਾ। ਤਾਂ ਬੇਟਾ ਇਹ ਪਾਠ ਕੰਪਲੀਟ ਹੁੰਦਾ ਹੈ, 10ਵਾਂ ਪਾਠ। ਉਮੀਦ ਹੈ ਤੁਹਾਨੂੰ ਇਸ ਬਾਰੇ ਜਿੰਨੀ ਜਾਣਕਾਰੀ ਦਿੱਤੀ ਗਈ ਸਾਰੀ ਸਮਝ ਆ ਗਈ ਹੋਵੇਗੀ। ਧੰਨਵਾਦ।